ਇਹ ਪਾਵਨ ਸ਼ਲੋਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤਾ ਹੋਇਆ ਹੈ, ਜੋ ਇਸ ਭਾਰਤ ਦੀ ਧਰਤੀ ਦੇ ਉੱਤੇ ਇਸਤਰੀ ਦੀ ਤਰਸਯੋਗ ਹਾਲਤ ਬਣ ਚੁੱਕੀ ਸੀ। ਔਰਤ ਦੇ ਨਾਲ ਧੱਕਾ ਹੋ ਰਿਹਾ ਸੀ। ਵਿਪਰ ਨੇ ਕੁਝ ਇਹੋ ਜਿਹੇ ਨਿਯਮ ਬਣਾ ਲਏ ਜਿਨ੍ਹਾਂ ਦੇ ਕਰਕੇ ਇਸਤਰੀ ਦੇ ਨਾਲ ਧੱਕਾ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਜਿੱਥੇ ਇਹ ਪਾਵਨ ਬਚਨ ਫਰਮਾਏ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਬਾਈ। ਜਦ ਪਾਤਸ਼ਾਹ ਜੀ ਨੇ ਬਾਣੀ ਇਸਤਰੀ ਰੂਪ ਦੇ ਵਿੱਚ ਲਿਖੀ, ਜਿੱਥੇ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਪਾਤਸ਼ਾਹ ਜੀ ਨੇ ਆਖਿਆ ਕਿ ਇਸ ਜਗ ਦੇ ਅੰਦਰ ਪੁਰਖ ਸਿਰਫ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਬਾਕੀ ਸਾਰੀਆਂ ਉਸ ਦੀਆਂ ਜੀਵ ਰੂਪ ਇਸਤਰੀਆਂ ਹਨ, ਚਾਹੇ ਉਹ ਮਰਦ ਹੋਵੇ, ਚਾਹੇ ਉਹ ਕੋਈ ਔਰਤ ਹੋਵੇ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਬੁੱਢਾ ਹੈ। ਉਸ ਅਕਾਲ ਪੁਰਖ ਦੀਆਂ ਸਾਰੀਆਂ ਹੀ ਜੀਵ ਰੂਪ ਇਸਤਰੀਆਂ ਹਨ। ਹੁਣ ਇਸ ਭਾਰਤ ਦੀ ਧਰਤੀ ਉੱਤੇ ਤੁਸੀਂ ਆਪ ਵੀ ਇਤਿਹਾਸ ਨੂੰ ਪੜ੍ਹਿਆ ਹੋਣਾ ਹੈ ਕਿ ਇਹੋ ਜਿਹੇ ਕਾਨੂੰਨ ਬਣਾ ਦਿੱਤੇ ਗਏ ਸਨ ਕਿ ਜਦੋਂ ਕਿਸੇ ਪਤੀ ਦੀ ਪਤਨੀ ਚੜ੍ਹਾਈ ਕਰ ਜਾਂਦੀ ਸੀ ਤਾਂ ਪਤੀ ਨੂੰ ਪੂਰਾ ਹੱਕ ਸੀ ਕਿ ਜੇਕਰ ਉਸ ਘਰ ਵਾਲਿਆਂ ਦੀ ਮਰਜ਼ੀ ਹੋਵੇ, ਉਸ ਦੇ ਘਰਦਿਆਂ ਦੀ, ਤਾਂ ਜਿਹੜਾ ਪੁਰਸ਼ ਹੈ, ਜਿਹੜਾ ਮਰਦ ਹੈ, ਉਹ ਆਪਣਾ ਦੂਜਾ ਵਿਆਹ ਕਰਵਾ ਸਕਦਾ ਸੀ। ਪਰ ਇਸਤਰੀ ਨੂੰ ਹੱਕ ਨਹੀਂ ਸੀ। ਇਸਤਰੀ ਨੂੰ ਦੁਬਾਰਾ ਵਿਆਹ ਕਰਵਾਉਣ ਦਾ ਹੱਕ ਤਾਂ ਦੂਰ ਦੀ ਗੱਲ, ਆਪਣੇ ਪਤੀ ਤੋਂ ਬਿਨਾਂ ਜ਼ਿੰਦਗੀ ਬਤੀਤ ਕਰਨ ਦਾ ਹੱਕ ਵੀ ਨਹੀਂ ਸੀ। ਉਸ ਨੂੰ ਤਿਆਰ ਕਰਕੇ ਉਸ ਦੇ ਪਤੀ ਦੇ ਨਾਲ ਉਸ ਨੂੰ ਸਤੀ ਕਰ ਦਿੱਤਾ ਜਾਂਦਾ ਸੀ, ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਇਹੋ ਜਿਹੇ ਕੁਝ ਨਿਯਮ ਸੀ ਜਿਹੜੇ ਬਣਾਏ ਗਏ ਵਿਪਰ ਦੇ ਦੁਆਰਾ। ਪਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਹੁਣ ਇਸ ਪਾਵਨ ਸ਼ਲੋਕ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਜਿਤ ਮੁਖ ਸਦਾ ਸਲਾਹੀਐ ਭਾਗਾਂ ਰਤਨ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਜਿਸ ਮੁਖ ਤੋਂ, ਜਿਸ ਮੂੰਹ ਤੋਂ ਅਕਾਲ ਪੁਰਖ ਨੂੰ ਸਲਾਹਿਆ ਜਾਂਦਾ ਹੈ, ਜਿਤ ਮੁਖ ਸਦਾ ਸਲਾਹੀਐ, ਸਲਾਉਣ ਦਾ ਭਾਵ ਹੈ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਲੈਣਾ, ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਜੀਵਨ ਨੂੰ ਬਸਰ ਕਰਨਾ। ਭਾਗਾਂ ਰਤੀ ਚਾਰ, ਉਸ ਦੇ ਭਾਗ ਉਜਲੇ ਹੋ ਜਾਂਦੇ ਨੇ, ਉਹਨਾਂ ਦੇ ਭਾਗ ਵੱਡੇ ਹੋ ਜਾਂਦੇ ਨੇ ਜਿਹੜੇ ਅਕਾਲ ਪੁਰਖ ਦੀ ਸਿਫਤੋ ਸਲਾਹ ਕਰਦੇ ਨੇ। ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਜਿਸ ਤਰ੍ਹਾਂ ਸੱਪ ਨੂੰ ਮਣੀ ਲੱਭ ਜਾਵੇ, ਉਸਦੇ ਭਾਗ ਜਾਗ ਜਾਂਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜਦੋਂ ਜੀਵਨ ਦੇ ਅੰਦਰ ਗੁਣ ਆ ਜਾਣ ਤਾਂ ਉਸਦੇ ਭਾਗ ਵੀ ਵੱਡੇ ਹੋ ਜਾਂਦੇ ਨੇ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲੇ ਹੁੰਦੇ ਨੇ, ਤਿਤ ਸੱਚੈ ਦਰਬਾਰ। ਹੁਣ ਸਵਾਲ ਖੜਾ ਹੋ ਗਿਆ ਕਿ ਅਕਾਲ ਪੁਰਖ ਦਾ ਦਰਬਾਰ ਕਿੱਥੇ? ਵੈਸੇ ਅਸੀਂ ਪਿੱਛੇ ਵੀ ਸ਼ਲੋਕਾਂ ਤੇ ਪੌੜੀਆਂ ਦੇ ਵਿੱਚ ਇੱਥੇ ਦਰਬਾਰ ਜਾਂ ਦਰਗਾਹ ਲਫ਼ਜ਼ ਆਇਆ, ਅਸੀਂ ਵਿਚਾਰ ਕੇ ਆਏ ਹਾਂ। ਹੁਣ ਜਦੋਂ ਅਸੀਂ ਬਾਬਾ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹਦੇ ਹਾਂ ਤਾਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਮਹੀ ਸਾਈਂ ਦਾ ਦਰਬਾਰ। ਉੱਥੇ ਵੀ ਬਾਬਾ ਫਰੀਦ ਸਾਹਿਬ ਜੀ ਨੇ ਦਰਬਾਰ ਲਫ਼ਜ਼ ਵਰਤਿਆ। ਹੁਣ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਮਨ ਦੇ ਅੰਦਰ ਸਵਾਲ ਖੜਾ ਹੁੰਦਾ ਹੈ ਕਿ ਅਕਾਲ ਪੁਰਖ ਦਾ ਦਰਬਾਰ ਕਿਹੜਾ ਹੈ? ਜਿਸ ਅਕਾਲ ਪੁਰਖ ਦੇ ਬਾਰੇ ਗੁਰਬਾਣੀ ਵਿੱਚ ਅਸੀਂ ਇਹ ਪਾਵਨ ਬਚਨ ਪੜ੍ਹਦੇ ਹਾਂ, ਘਟ ਘਟ ਮੈਂ ਅਰਜੂ ਵਸੈ ਸੰਤਨ ਕਹਿਓ ਪੁਕਾਰ,
जस सभै घट राम बोलै रामा बोलै राम बिना को बोलै रे। जासी पातशाह जी के बचन पढ़ते हाँ। जल थल महियल पूरिया स्वामी सिरजनहार अनक भांत होए पसरिया। नानक एक अंकार उस अकाल पुरख दा दरबार किथे है। पिछले दिन भी विचार कीती सी कि वह अकाल पुरख साडे अंदर वसदा, उसका दरबार भी साडे अंदर ही है। जदों साडे जीवन दे विच अकाल पुरख वरतना शुरू हो जाए, रब्बी विचार साडे जीवन दे अंदर आ जाए, दरबार उसनूं कहंदे ने, दरगाह उसनूं कहंदे ने, जिथे साडी शब्द दा ते सुर दा मिलाप हो जाए, उसनूं गुरबाणी दरगाह दरबार आख्या गया है। नानक ते मुख उजले तित सच्चा दरबार। ते बाबा फरीद साहब जी ने आख्या, मद शर्मिंदा थी वहीं साईं दा दरबार। हुण असीं ये गल जानते हाँ कि जदों कोई बंदा मंदा कर्म करता है, चाहे वह शरीरक तौर पर बाहरी तौर पर भावें जिन्नियां मर्जी बाहरों सफाइयां दे रहे कि मैं माड़ा काम नहीं किया, पर जिहड़ा मंदा कर्म किया हुंदा ना, उसनूं अंदर ही अंदर घुट घुट के खाई जाता है कि तू मंदा कर्म किया। मनुख अपनियां नज़रां दे नाल नज़रां नहीं मिला सकता, दूजियां दी नज़रां दे नाल नज़रां तां की मिलाउणीआं, अपनियां नज़रां दे विच नज़रां नहीं मिला सकता। इसनों ही गुरबाणी ने आख्या, नानक ते मुख उजले ते सच्चा दरबार। उन्हां दे मुख उजले हुंदे ने जिन्हां ने रब्बी गुणां नूं अपने जीवन दे विच कमाया हुंदा है, रब्बी गुणां नूं अपने जीवन दे विच कमा के जीवन बसर कीता हुंदा है। नानक ते मुख उजले ते सच्चा दरबार, वो दरबार साडे अंदर ही है। बंदा माड़ा काम करदा है, अपनी नज़रां दे नाल नज़रां नहीं मिला सकता कि मैं माड़ा काम किया, अंदरों वो मंदा कर्म जिहड़ा कीता हुंदा है वो घुट घुट के खांदा है। यही है दरगाह दे विच हार जाना, यह है अपने जीवन दे विच शर्मिंदगी महसूस करनी, जिसनूं बाबा फरीद साहब जी ने आख्या है, मत शर्मिंदा थी वहीं साईं दा दरबार, जिहड़ा दरबार साडे अंदर लगा होया। हुण गुरु नानक साहब महाराज ने आख्या, जित मुख सदा सलाही भागा रती चार। जिस मुख तो अकाल पुरख की सिफत सलाह की जाती है, वो भागा वाले बन जाते हैं। हुण सवाल खड़ा हो गया कि अकाल पुरख की सिफत सलाह करके सिर्फ मर्द ही वड्डे भागा वाले बन सकते हैं, या इस्त्री भी बन सकती है? इस्त्री भी बन सकती, क्योंकि गुरबाणी सब नाल सांझी है। जदों असीं विपर की गल करिए, जोगी की गल करिए, जां असीं इस्लाम मत की गल कर लईए, तो पातशाह जी ने बाणी दे विच ये पावन वचन दर्ज कीते कि ये तिन्ने ने जेड़े इन्हां नूं आखिया उजाड़े दा घर। काजी कूड़ बोल मल खाए, बामन नावे जियां घाए, जोगी जुगत न जाने आंद तीने उजाड़े घर बंद। क्यों आखिया? क्योंकि काजी सी जेड़ा, इन्हां दी जेकर गल करिए तां मर्द जेड़ा वो जाके नमाज पढ़ सकदा, इस्त्री नूं हक नहीं है। इधर साडे विच घुंड कड्ढण दी जेड़ी है ये चल रही सी, मर्यादा कह लईए सी, ये प्रथा चल रही सी घुंड कड्ढण दी, उन्हां दे विच बुरके दी सी। जोगी दी गल कर लईए ते विपर दी गल कर लईए, विपर जनेऊ आप पा लैंदा सी, पर इस्त्री वास्ते कोई जनेऊ नहीं बनिया सी। काजी दी नमाज नहीं पढ़न दे सकते, ते जोगी ने जेड़े, ये जोगियां दा भी इहो जिहे हालात ने, जोगी ने भी इसे बनते जिहड़े हक ने वो नहीं दिते। इन्होंने बघियाड़न आखिया, इन्हों पशुओं की किताब के लैके खड़ा कर दिता। हुण गुरु नानक साहब महाराज ने इस्त्री के हक के आवाज़ बुलंद की ते आखिया कि इस्त्री भी अकाल पुरख की सिफत सलाह करके वड्डियां भागां वाली बन सकती, केवल मर्द ही नहीं, हरेक मनुख मात्र प्राणी के वास्ते गुरबाणी सांझी कोई पढ़ लवे अपने वड्डे भाग बना सकता है। जित मुख सदा सलाही है भागा रती चार, नानक ते मुख उजले तित सच्चै दरबार। हुण जेकर असीं बुद्ध की गल करिए, बुद्ध ने बड़ी वड्डी लम्मी छाल है जी मारी, पर जिथे इस्त्री की गल आईए तो इस्त्री के प्रति उसका भी कुछ इहो जिहा ख्याल सी। जिन्हां ने बुद्ध मत की स्टडी की है, तुसीं जानते होवोगे कि बुद्ध की अपनी मां सी जिहड़ी चढ़ाई कर गई सी, बुद्ध नूं उसकी चाची मासी ने पालिया सी।
ਤੇ ਚਾਚੀ ਮਾਸੀ ਨੇ ਬੁੱਧ ਨੇ ਇਹ ਗੱਲ ਆਖੀ ਕਿ ਬੱਚਿਆ, ਕਿ ਮੈਂ ਤੈਨੂੰ ਪਾਲ ਕੇ ਵੱਡਾ ਕੀਤਾ ਹੈ, ਮੈਨੂੰ ਕੋਈ ਧਰਮ ਦੀ ਕੁਝ ਸਿੱਖਿਆ ਦੇ। ਤੇ ਬੁੱਧ ਨੇ ਅੱਗੋਂ ਆਖਿਆ ਕਿ ਧਰਮ ਇਸਤਰੀ ਵਾਸਤੇ ਨਹੀਂ ਹੈ, ਇਹ ਧਰਮ ਦੀ ਸਿੱਖਿਆ ਇਸਤਰੀ ਵਾਸਤੇ ਨਹੀਂ ਹੈ। ਤਾਂ ਉਸ ਦੀ ਚਾਚੀ ਮਾਸੀ ਨੇ ਆਖਿਆ, ਬੱਚੇ ਇੰਝ ਨਾ ਕਰ, ਮੈਂ ਤੈਨੂੰ ਪਾਲ ਕੇ ਵੱਡਾ ਕੀਤਾ ਹੈ, ਤੈਨੂੰ ਪਾਲ ਕੇ ਵੱਡਾ ਕੀਤਾ, ਇਸ ਦੇ ਬਦਲੇ ਹੀ ਮੈਨੂੰ ਕੁਝ ਧਰਮ ਦੀਆਂ ਦੋ ਗੱਲਾਂ ਦੱਸ ਦੇ। ਤਾਂ ਬੁੱਧ ਨੇ ਅਹਿਸਾਨ ਜਾਣ ਕੇ ਆਪਣੀ ਚਾਚੀ ਮਾਸੀ ਨੂੰ ਧਰਮ ਦੀਆਂ ਦੋ ਗੱਲਾਂ ਦਸੀਆਂ ਤੇ ਨਾਲ ਇਹ ਗੱਲ ਆਖੀ। ਕਹਿਣ ਲੱਗਾ, ਜਿਹੜਾ ਇਹ ਬੁੱਧ ਧਰਮ, ਮੇਰਾ ਬੁੱਧ ਮਤ 5000 ਸਾਲ ਤੱਕ ਲੰਮਾ ਚੱਲਣਾ ਸੀ, ਹੁਣ 500 ਸਾਲ ਦੇ ਵਿੱਚ ਇਹਦਾ ਜਿਹੜਾ ਭੂਗ ਹੈ ਉਹ ਪੈ ਜਾਵੇਗਾ। ਚਾਚੀ ਮਾਸੀ ਕੋ ਕਹਿਣ ਲੱਗੀ, ਗੌਤਮੀ ਜੀ ਦਾ ਨਾਂ ਕਿ ਕਿਉਂ? ਕਹਿਣ ਲੱਗਾ ਕਿ ਧਰਮ ਦੀ ਸਿੱਖਿਆ ਜੋ ਮੈਂ ਹੁਣ ਇਸਤਰੀ ਨੂੰ ਦੇ ਦਿੱਤੀ ਹੈ, ਉਹਦਾ ਵੀ ਇਸਤਰੀ ਦੇ ਪ੍ਰਤੀ ਇਹ ਖਿਆਲ ਸੀ। ਛਾਲ ਤਾਂ ਬੜੀ ਬੁੱਧ ਨੇ ਬੜੀ ਲੰਮੀ ਮਾਰੀ ਹੈ। ਜਦੋਂ ਉਹਨੇ ਆਪਣੇ ਭਿਕਸ਼ੂਆਂ ਨੂੰ ਇਹ ਗੱਲ ਆਖੀ ਕਿ ਜੋ ਤੁਸੀਂ ਭਿਕਸ਼ਾ ਮੰਗਣ ਲਈ ਪਿੰਡਾਂ ਦੇ ਵਿੱਚ ਜਾਣਾ ਹੈ ਤਾਂ ਤੁਸੀਂ ਇਸਤਰੀ ਦੇ ਚਿਹਰੇ ਵੱਲ ਨਹੀਂ ਵੇਖਣਾ। ਕਿਉਂ? ਉਹ ਕਹਿੰਦਾ ਸੀ, ਜੇਕਰ ਇਸਤਰੀ ਦੇ ਚਿਹਰੇ ਵੱਲ ਵੇਖੋਗੇ ਤਾਂ ਬੰਦੇ ਦਾ ਈਮਾਨ ਹੈ ਜਿਹੜਾ ਡੋਲ ਜਾਂਦਾ। ਜਦੋਂ ਤੁਰਨਾ ਵੀ ਹੈ 5 ਫੁੱਟ ਤੋਂ ਵੱਧ ਤੁਸੀਂ ਉਤਾਂ ਨਹੀਂ ਵੇਖਣਾ ਕਿ ਜੇ ਇਸਤਰੀ ਦੇ ਚਿਹਰੇ ਤੁਹਾਡੀ ਨਿਗਾਹ ਪੈ ਗਈ ਤੁਹਾਡਾ ਈਮਾਨ ਡੋਲ ਜਾਵੇਗਾ। ਤੇ ਜੇਕਰ ਇਸਲਾਮ ਦੀ ਗੱਲ ਕਰੀਏ ਤਾਂ ਉਹ ਬੁਰਕਾ ਪਵਾ ਕੇ ਰੱਖਦੇ ਨੇ। ਸਾਡੇ ਅੰਦਰ ਘੁੰਡ ਪ੍ਰਥਾ ਸੀ, ਉਧਰ ਬੁਰਕਾ ਪਵਾਇਆ ਜਾਂਦਾ ਸੀ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਕਿ ਜੇਕਰ ਮਰਦ ਦਾ ਧਿਆਨ ਇਸਤਰੀ ਦੇ ਚਿਹਰੇ ਤੇ ਪੈ ਜਾਵੇ ਤਾਂ ਮਰਦ ਦਾ ਈਮਾਨ ਡੋਲ ਜਾਂਦਾ ਹੈ। ਤੇ ਹੁਣ ਆਪਣਾ ਕੰਟਰੋਲ ਮਰਦ ਤੇ ਹੈ ਨਹੀਂ, ਮਰਦ ਦਾ ਆਪਣੇ ਆਪ ਤੇ ਕੰਟਰੋਲ ਨਹੀਂ, ਪਰ ਇਸਤਰੀ ਨੂੰ ਬੁਰਕਾ ਪਵਾਇਆ ਜਾ ਰਿਹਾ। ਬੁਰਕਾ ਤਾਂ ਚਾਹੀਦਾ, ਫਿਰ ਬੰਦੇ ਨੂੰ ਚਾਹੀਦਾ ਕਿ ਜਿਹਦਾ ਆਪਣੇ ਆਪ ਤੇ ਕੰਟਰੋਲ ਨਹੀਂ ਹੋ ਰਿਹਾ। ਪਰ ਮਰਦ ਪ੍ਰਧਾਨ ਸਮਾਜ ਹੈ, ਇਸਤਰੀ ਨੂੰ ਪੈਰ ਦੀ ਜੁੱਤੀ ਤੱਕ ਕਿਹਾ ਜਾਂਦਾ ਸੀ। ਇਸਤਰੀ ਦੇ ਹੱਕ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਤੇ ਆਖਿਆ, ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾ। ਮੈਂ ਗੱਲ ਕਰ ਰਿਹਾ ਸਾਂ ਬੁੱਧ ਦੀ। ਬੁੱਧ ਨੇ ਆਪਣੇ ਭਿਕਸ਼ੂਆਂ ਨੂੰ ਆਖਿਆ, ਜਦੋਂ ਮੰਗਲ ਨਹੀਂ ਜਾਣਾ ਤੁਸੀਂ ਇਸਤਰੀ ਦੇ ਚਿਹਰੇ ਵੱਲ ਨਹੀਂ ਪੈਰਾਂ ਵੱਲ ਹੀ ਵੇਖਣਾ। ਜੇਕਰ ਚਿਹਰੇ ਵੱਲ ਵੇਖੋਗੇ ਤੁਹਾਡਾ ਈਮਾਨ ਡੋਲ ਜਾਵੇਗਾ। ਤਾਂ ਹੀ ਥਾਈਲੈਂਡ ਸੀ ਜਿਹੜਾ ਇਹਨਾਂ ਭਿਕਸ਼ੂਆਂ ਦੇ ਨਾਲ ਭਰਿਆ ਪਿਆ ਸੀ, ਵਿਆਹ ਕਰਵਾਉਂਦੇ ਨਹੀਂ ਸੀ। ਉਹ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਕੰਟਰੀਆਂ ਨੇ ਸੋਚਿਆ ਕਿ ਜੇਕਰ ਇਸੇ ਤਰ੍ਹਾਂ ਮੰਗ ਕੇ ਖਾਂਦੇ ਰਹੇ ਤਾਂ ਸਾਡਾ ਦੇਸ਼ ਤਾਂ ਤਰੱਕੀ ਨਹੀਂ ਕਰ ਸਕਦਾ। ਉਹਨਾਂ ਨੇ ਕਾਨੂੰਨ ਬਣਾਏ ਕਿ ਤੁਸੀਂ ਵਿਆਹ ਕਰਵਾਓ, ਗ੍ਰਸਤੀ ਹੋਵੋ, ਆਪਣੀ ਜ਼ਿੰਮੇਵਾਰੀਆਂ ਸਮਝੋ। ਮੰਗ ਕੇ ਖਾਂਦੇ ਰਹੇ ਤਾਂ ਜਿਸ ਦੇਸ਼ ਦੇ ਵਿੱਚ ਮੰਗ ਕੇ ਖਾਣਾ ਸ਼ੁਰੂ ਕਰ ਦੇਣ ਤਾਂ ਉਹ ਦੇਸ਼ ਕੇ ਤਰੱਕੀ ਨਹੀਂ ਕਰ ਸਕਦੇ। ਅੱਜ ਵੈਸੇ ਜਿਹੜੇ ਪੰਜਾਬ ਦੇ ਬਾਬੇ ਨੇ ਜੇ ਡੇਰੇ ਖੋਲ ਕੇ ਵੇਖੇ ਨੇ ਉਸੇ ਲਈ ਤੇ ਤੁਰੇ ਹੋਏ ਨੇ। ਵੈਸੇ ਬਹੁਤ ਘੱਟ ਇਹੋ ਜਿਹੇ ਡੇਰੇਦਾਰ ਨੇ ਜਿਹੜੇ ਜਿਨ੍ਹਾਂ ਨੇ ਵਿਆਹ ਕਰਾਇਆ ਹੋਵੇਗਾ, ਵੈਸੇ ਕੋਈ ਵੀ ਨਹੀਂ ਹੋਵੇਗਾ। ਸਾਰੇ ਆਪਣੀ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਡੇਰੇ ਖੋਲ ਕੇ ਬੈਠੇ ਹੋਏ ਨੇ। ਬਾਅਦ ਦੇ ਵਿੱਚ ਕਾਨੂੰਨ ਬਣਿਆ ਤੇ ਜਿੱਥੇ ਭਾਈ ਗੁਰਦਾਸ ਜੀ ਨੇ ਇਹ ਗੱਲ ਆਖੀ ਸੀ, ਹੋਏ ਅਤੀਤ ਗ੍ਰਸਤ ਤਜ ਫਿਰ ਉਹਨੀ ਕਹਿ ਘਰ ਮੰਗਣ ਜਾਈ। ਇੱਕ ਬੰਨੇ ਗ੍ਰਸਤ ਨੂੰ ਮਾੜਾ ਕਹਿੰਦੇ ਸੀ, ਭੰਡਦੇ ਸੀ, ਗੰਦਾ ਕਹਿੰਦੇ ਸੀ ਕਿ ਜੇਕਰ ਗ੍ਰਸਤ ਜੀਵਨ ਦੇ ਵਿੱਚ ਰਵਾਂਗੇ ਤਾਂ ਰੱਬ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਤੇ ਦੂਜੇ ਬੰਨੇ ਉਹਨਾਂ ਦੇ ਘਰੋਂ ਮੰਗ ਕੇ ਖਾਂਦੇ ਸੀ, ਤਾਂ ਉਹ ਵੀ ਤਾਂ ਇਸਤਰੀਆਂ ਦਾ ਹੀ ਗ੍ਰਸਤੀਆਂ ਦਾ ਹੀ ਤਿਆਰ ਕੀਤਾ ਹੁੰਦਾ ਸੀ ਭੋਜਨ। ਸੋ ਖੈਰ ਬੁੱਧ ਦਾ ਵੀ ਇਸਤਰੀ ਦੇ ਪ੍ਰਤੀ ਖਿਆਲ ਸੀ। ਤੁਲਸੀਦਾਸ ਦੀ ਗੱਲ ਕਰ ਲਈਏ, ਉਹਨੇ ਪਸ਼ੂਆਂ ਦੀ ਕਤਾਰ ਦੇ ਵਿੱਚ ਲਿਆ ਕੇ ਇਸਤੇ ਨੂੰ ਖੜਾ ਕਰ ਦਿੱਤਾ। ਢੋਰ ਗਵਾਰ ਆਖਿਆ ਕਿ ਜਿਸ ਤਰ੍ਹਾਂ ਪਸ਼ੂ ਡੰਡਾ ਪੈਂਦਾ ਰਹੇ, ਢੋਰ ਨੂੰ ਗਵਾਰ ਨੂੰ ਡੰਡਾ ਪੈਂਦਾ ਰਹੇ। ਇਸਤਰੀ ਤੇ ਵੀ ਇਸੇ ਤਰ੍ਹਾਂ ਹੀ ਜੇਕਰ ਜ਼ੁਲਮ ਹੁੰਦਾ ਰਹੇ ਤਾਂ ਇਸਤਰੀ ਠੀਕ ਰਹਿੰਦੀ ਹੈ, ਨਹੀਂ ਤਾਂ ਇਹ ਵੀ ਵਿਗੜ ਜਾਂਦੀ ਹੈ। ਤੁਲਸੀਦਾਸ ਦੇ ਵੀ ਇਸਤਰੀ ਦੇ ਪ੍ਰਤੀ ਇਹ ਖਿਆਲ ਸੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਆ ਕੇ ਖਲੋ ਗਏ ਕਿ ਇਸ ਤਰ੍ਹਾਂ ਧੱਕਾ ਨਹੀਂ ਹੋਣ ਦੇਣਾ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਹੈ। ਲੋਕ ਇਸ ਨੂੰ ਮਾੜਾ ਕਹਿੰਦੇ, ਇਸ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲੀ ਸਿੱਖ ਹੀ ਬੇਬੇ ਨਾਨਕੀ ਹੈ। ਮਾਤਾ ਖੀਵੀ ਜੀ ਦਾ ਨਾਮ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਪੜ੍ਹਦੇ ਹਾਂ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਆਪਣੇ ਆਪ ਨੂੰ ਕਹਿਣਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਲੰਟੀਅਰ ਤੇ ਕੰਮ ਕਰਨੇ ਬੁੱਧ ਮਤ ਵਾਲੇ, ਬੁੱਧਾਂ ਵਾਲੇ ਕਰਨੇ, ਉਹਨਾਂ ਦੀ ਲੀਹ ਤੇ ਤੁਰੇ ਹੋਏ ਨੇ ਜਿਹੜੇ ਬਾਬੇ ਨੇ। ਤੇ ਇਸਤਰੀ ਨੂੰ ਭੰਡਿਆ ਜਾ ਰਿਹਾ। ਉਹ ਭਲਿਓ ਤੁਹਾਨੂੰ ਕੋਈ ਸਵਾਲ ਕਰਨ ਵਾਲਾ ਹੋਵੇ, ਤੁਸੀਂ ਇਸਤਰੀ ਨੂੰ ਨਿੰਦਦੇ ਹੋ। ਜਦੋਂ ਇਸਤਰੀ ਨੂੰ ਮਹੀਨਾਵਾਰੀ ਆਉਂਦੀ ਹੈ, ਮੰਥਲੀ ਪੀਰੀਅਡ ਆਉਂਦਾ, ਤੁਸੀਂ ਕਹਿੰਦੇ ਹੋ ਪਵਿੱਤਰ ਹੋ ਜਾਂਦੀ ਹੈ। ਭਲੇ ਤੁਹਾਨੂੰ ਕੋਈ ਸਵਾਲ ਕਰਨਾ ਹੋਵੇ, ਜੇਕਰ ਇਸਤਰੀ ਨੂੰ ਇਹ 5 ਤੋਂ 7 ਦਿਨ ਮੰਥਲੀ ਪੀਰੀਅਡ ਨਾ ਆਵੇ, ਜੇਕਰ ਇੱਕ ਕੁਦਰਤੀ ਜਿਹੜੀ ਕਿਰਿਆ ਨਾ ਆਵੇ ਤਾਂ ਤੁਸੀਂ
ਇਸ ਸੰਸਾਰ ਦੇ ਵਿੱਚ ਆ ਹੀ ਨਹੀਂ ਸਕਦੇ ਸੀ। ਤੁਹਾਡਾ ਜਨਮ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਹੋਣਾ, ਤੁਸੀਂ ਇਸਤਰੀ ਨੂੰ ਨਿੰਦ ਰਹੇ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੈ ਦਰਬਾਰ। ਹੁਣ ਪਹਿਲੀ ਪੰਕਤੀ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵੀ ਆ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਪਾਤਸ਼ਾਹ ਜੀ ਕਹਿੰਦੇ ਇਸਤਰੀ ਤੋਂ ਜਨਮ ਲਈਦਾ ਹੈ। ਇਸਤਰੀ ਦੇ ਅੰਦਰ ਹੀ ਇੱਕ ਹੋਰ ਜਿਸਮ ਹੈ ਜਿਹੜਾ ਉਹ ਤਿਆਰ ਹੁੰਦਾ ਹੈ। ਇਸਤਰੀ ਆਪਣੀ ਸਾਰੀ ਜਵਾਨੀ ਘੂਲ ਦਿੰਦੀ ਹੈ ਤੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਆਪਣੀ ਸਾਰੀ ਜਵਾਨੀ ਘੂਲ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਭੰਡ ਜੰਮੀ ਹੈ, ਭੰਡ ਭਾਵ ਇਸਤਰੀ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆ। ਕਹਿੰਦੇ ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ ਦੇ ਗਰਭ ਦੇ ਵਿੱਚ ਇੱਕ ਬੱਚੇ ਦਾ ਜਿਸਮ ਹੈ ਜਿਹੜਾ ਉਹ ਸਰੀਰ ਹੈ ਜਿਹੜਾ ਉਹ ਤਿਆਰ ਹੁੰਦਾ ਹੈ, ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤਰੀ ਤੋਂ ਹੀ ਜਨਮ ਲਈਦਾ ਹੈ। ਭੰਡ ਮੰਗਣ ਵੀ ਆ, ਤੇ ਇਸਤਰੀ ਦੇ ਨਾਲ ਹੀ, ਇਸਤਰੀ ਦੇ ਰਾਹ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ। ਹੁਣ ਇਸਤਰੀ ਨਾ ਹੋਵੇ ਤਾਂ ਜਿਹੜੇ ਪੁੱਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ, ਜਿਹੜੇ ਕਹਿੰਦੇ ਨੇ ਕਿ ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ, ਤੇ ਇਸ ਧੀਜਾ ਪਵੇ ਘਰ ਦੇ ਵਿੱਚ, ਤੇ ਜਿਹੜੇ ਕਹਿੰਦੇ ਨੇ ਪੱਥਰ ਰੱਬ ਨੇ ਮਾਰ ਦਿੱਤਾ ਹੈ। ਤੇ ਜੇਕਰ ਸਿਰਫ ਪੁੱਤਰ ਹੀ ਘਰਾਂ ਦੇ ਵਿੱਚ ਜਨਮ ਧੀਆਂ ਨਾ ਲੈਣ ਤਾਂ ਆਪਣੇ ਪੁੱਤਰਾਂ ਦਾ ਸਾਕ, ਆਪਣੇ ਪੁੱਤਰਾਂ ਦਾ ਆਨੰਦ ਕਾਰਜ ਕਿੰਨਾ ਦਿਨ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀ ਸੋਹਣੀ ਫਿਲਾਸਫੀ ਦਿੱਤੀ ਹੈ। ਕਹਿੰਦੇ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆ। ਇਸਤਰੀ ਤੋਂ ਜਨਮ ਲਈਦਾ। ਇਸਤਰੀ ਦੇ ਸਰੀਰ ਦੇ ਅੰਦਰ ਹੀ, ਗਰਭ ਦੇ ਅੰਦਰ ਹੀ ਇੱਕ ਬੱਚਾ ਹੈ ਜਿਹੜਾ ਇੱਕ ਬੱਚੇ ਦਾ ਸਰੀਰ ਬਣਦਾ ਹੈ। ਇਸਤਰੀ ਆਪਣਾ ਸਾਰਾ ਜੋਬਨ ਘੋਲ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਭੰਡ ਮੰਗਣ ਵੀ ਆ, ਤੇ ਬਾਅਦ ਦੇ ਵਿੱਚ ਇਸਤਰੀ ਦੇ ਨਾਲ ਹੀ ਰਿਸ਼ਤਾ ਜੋੜਿਆ ਜਾਂਦਾ ਹੈ। ਇੱਕ ਅਸੀਂ ਘਰ ਦੇ ਵਿੱਚ ਧੀ ਤੋਰਦੇ ਹਾਂ ਤੇ ਨੂੰਹ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਫਿਰ ਲੈ ਕੇ ਆਉਨੇ ਹਾਂ। ਇਹ ਤਾਂ ਬਣਿਆ ਹੋਇਆ ਸਿਸਟਮ ਹੀ ਆ ਨਾ ਸੰਸਾਰ ਦਾ। ਭੰਡ ਮੰਗਣ ਵੀ ਆ, ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਇਸਤਰੀ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਦੋਸਤੀ ਪੈਂਦੀ ਹੈ। ਕਿਵੇਂ? ਜਦੋਂ ਘਰ ਦੇ ਵਿੱਚੋਂ ਧੀ ਸਹੁਰੇ ਘਰ ਨੂੰ ਤੋਰੀ, ਉਸ ਪਿੰਡ ਦੇ ਨਾਲ, ਸ਼ਹਿਰ ਦੇ ਨਾਲ, ਉਸ ਦੇਸ਼ ਦੇ ਨਾਲ ਸਾਡਾ ਨਾਤਾ ਬਣਿਆ, ਰਿਸ਼ਤਾ ਬਣਿਆ। ਜਦੋਂ ਉਸ ਧੀ ਦੇ ਘਰ ਬੱਚੇ ਨੇ ਜਨਮ ਲਿਆ, ਕਿ ਲੋਕ ਪੁੱਛਦੇ ਨੇ ਤੇ ਨਾਨਾ ਨਾਨੀ ਕਿਹੜੇ ਨੇ, ਨਾਨਕੇ ਕਿੱਥੇ ਨੇ, ਤਾਂ ਉਹਨਾਂ ਦੇ ਨਾਨਕਿਆਂ ਨੂੰ ਅਗਲੇ ਜਾਣਨ ਲੱਗੇ। ਜਦੋਂ ਉਹ ਅਗਾਂਹ ਵਿਆਹੇਗੀ ਉਸ ਧੀ ਦੇ ਬੱਚੇ, ਉੱਥੇ ਜਾ ਕੇ ਪੁੱਛਿਆ ਗਿਆ ਕਿ ਇਹਦੇ ਨਾਨਕੇ ਕਿੱਥੇ ਨੇ। ਉਸ ਪਿੰਡ ਦੇ ਨਾਲ, ਸ਼ਹਿਰ ਦੇ ਨਾਲ ਰਿਸ਼ਤਾ ਬਣਿਆ। ਮਾਮੀ ਨੂੰ ਘਰ ਵਿਆਹ ਕੇ ਲਿਆਂਦਾ, ਭੂਆ ਨੂੰ ਘਰ ਦੇ ਵਿੱਚ ਟੋਰਿਆ, ਆਪਣੀ ਭੈਣ ਨੂੰ ਘਰ ਦੇ ਵਿੱਚ ਟੋਰਿਆ, ਤੇ ਭਰਜਾਈ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਜਿਹੜੀ ਉਹ ਇਸਤਰੀ ਨੂੰ ਵਿਆਹ ਕੇ ਲਿਆਂਦਾ ਗਿਆ। ਤੇ ਰਿਸ਼ਤੇਦਾਰੀਆਂ ਇਸੇ ਤਰ੍ਹਾਂ ਹੀ ਚੱਲਦੀਆਂ ਨੇ। ਤੇ ਜੇਕਰ ਇਸਤਰੀ ਨਾ ਹੋਵੇ ਤਾਂ ਦੇਖੋ ਹਾਲਾਤ ਕਿੱਦਾਂ ਦੇ ਹੋਣਗੇ। ਜਿਹੜੇ ਅੱਜ ਕਹਿੰਦੇ ਨੇ ਨਾ, ਜਿਹਨੇ ਬਾਹਰ ਬੋਰਡ ਲੈ ਕੇ ਲਾ ਦਿੱਤੇ ਕਿ ਇੱਥੇ ਆ ਕੇ ਦੁੱਧ ਤੇ ਪੁੱਤ ਮਿਲਦਾ ਹੈ, ਤੇ ਜੇਕਰ ਇਹਨਾਂ ਦੀ ਅਰਦਾਸਾਂ ਪੂਰੀਆਂ ਹੋਣ ਲੱਗ ਜਾਣ, 15 ਕੁ ਸਾਲ ਜੇਕਰ ਪੁੱਤਰ ਹੀ ਜਨਮ ਲੈਣ, ਧੀਆਂ ਜਨਮ ਨਾ ਲੈਣ, ਤਾਂ ਦੇਖੋ ਹਾਲਾਤ ਕਿੱਦਾਂ ਦੇ ਸਮਾਜ ਦੇ ਬਣ ਜਾਣਗੇ। ਘਰ ਦੇ ਵਿੱਚ ਧੀ ਜਨਮ ਲੈਂਦੀ ਹੈ ਤਾਂ ਸਾਰਿਆਂ ਨੂੰ ਪਹਿਲਾਂ ਮੂੰਹ ਕੀ ਦੱਸਦਾ? ਜਿਹੜੀਆਂ ਸੱਸਾਂ ਖੁਸ਼ ਹੁੰਦੀਆਂ ਨੇ ਉਹਨਾਂ ਦੇ ਸਾਹਮਣੇ ਮੇਰਾ ਸਿਰ ਝੁਕਦਾ ਹੈ, ਕਿ ਜਿਹੜੀਆਂ ਖੁਸ਼ ਹੁੰਦੀਆਂ ਨੇ ਕਿ ਸਾਡੇ ਘਰ ਦੇ ਵਿੱਚ ਧੀ ਨੇ ਜਨਮ ਲਿਆ। ਪਰ ਬਹੁਤਾਤ ਗਿਣਤੀ ਦੇ ਵਿੱਚ ਜਦੋਂ ਘਰ ਦੇ ਵਿੱਚ ਧੀ ਜਨਮ ਲੈਂਦੀ ਹੈ ਤਾਂ ਮੂੰਹ ਪਹਿਲਾਂ ਸਭ ਤੋਂ ਦਾਦੀ ਦਾ ਸੁੱਜਦਾ ਹੈ, ਮੂੰਹ ਉਹਦਾ ਸੁੱਜਦਾ ਜਿਹੜੀ ਆ ਵੀ ਕਿਸ ਦੀ ਧੀ ਹੈ। ਤੈਨੂੰ ਪੁੱਛਣ ਵਾਲਾ ਹੋਵੇ ਕੋਈ ਕਿ ਜਦੋਂ ਤੁਹਾਡਾ ਜਨਮ ਤੁਹਾਡੇ ਘਰ ਦੇ ਵਿੱਚ ਹੋਇਆ, ਜਦੋਂ ਉਦੋਂ ਤੁਹਾਨੂੰ ਖਤਮ ਕਰ ਦਿੱਤਾ ਜਾਂਦਾ ਕਿਸੇ ਤਰੀਕੇ ਦੇ ਨਾਲ, ਤੁਹਾਡਾ ਜਨਮ ਨਾ ਹੁੰਦਾ ਸੰਸਾਰ ਦੇ ਵਿੱਚ, ਫਿਰ ਅੱਜ ਤੁਹਾਡੇ ਘਰ ਦੇ ਵਿੱਚ ਧੀ ਜੰਮੀ ਹੈ, ਤੁਸੀਂ ਕਹਿ ਰਹੇ ਹੋ ਰੱਬ ਨੇ ਪੱਥਰ ਹੀ ਮਾਰਿਆ। ਵੈਸੇ ਨਾ ਆਮ ਦਾਦੀਆਂ ਦੇ ਮੂੰਹ ਸੁੱਜ ਜਾਂਦੇ ਨੇ, ਦਾਦੇ ਖੁਸ਼ ਹੋ ਜਾਂਦੇ ਨੇ, ਪਿਓ ਖੁਸ਼ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਧੀ ਨੇ ਜਨਮ ਲਿਆ। ਪਰ ਜਿਹੜੀਆਂ ਆਪ ਕੀਸ ਦੀਆਂ ਧੀਆਂ ਨੇ, ਜਿਹੜੀਆਂ ਆਪ ਇਸਤਰੀਆਂ ਨੇ ਨਾ, ਉਹਨਾਂ ਦੇ ਮੂੰਹ ਸੁੱਜ ਜਾਂਦੇ ਨੇ ਕਿ ਰੱਬ ਨੇ ਪੱਥਰ ਮਾਰੇ। ਇਹ ਹਾਲਾਤ ਸਾਡੇ ਸਮਾਜ ਦੇ ਬਣ ਚੁੱਕੇ ਨੇ। ਅੱਗੇ ਸਾਰੇ ਹਰੇਕ ਪੁੱਤਰ ਦੀ ਦਾਤ ਮੰਗਦੇ ਨੇ ਕਿ ਸਾਡੇ ਘਰ ਪੁੱਤਰ ਜਨਮ ਲਵੇ। ਧੀਆਂ ਨੂੰ ਕਹਿੰਦੇ ਨੇ ਕਿ ਪੱਥਰ ਮਾਰਿਆ। ਜਦੋਂ ਵੱਡੇ ਹੋ ਜਾਂਦੇ ਨੇ ਪੁੱਤਰ ਡਾਂਗ ਚੁੱਕਦੇ ਨੇ ਨਾ, ਸੂਈ ਦੇ ਨੱਕੇ ਥਾਂ ਲਗਾ ਕੇ ਰੱਖਦੇ ਨੇ, ਰੋਟੀ ਨਹੀਂ ਪੁੱਛਦੇ ਬਾਅਦ ਦੇ ਵਿੱਚ।
ਤੇ ਅਜੇ ਵੀ ਅਸੀਂ ਪੁੱਤਰ ਮੰਗ ਰਹੇ ਹਾਂ। ਕਈ ਇਹੋ ਜਿਹੇ ਨੇ ਜਿਹੜੇ ਮਾਂ ਪਿਓ ਤੋਂ ਆਪਣੀ ਜਾਨ ਮਾਰਦੇ ਨੇ, ਸਾਹਾਂ ਦੇ ਵਿੱਚ ਸਾਹ ਲੈਂਦੇ ਨੇ ਪਰ ਉਂਗਲਾਂ ਤੇ ਗਿਣਨ ਵਾਲੇ ਨੇ। ਅੱਜ ਅਸੀਂ ਦੇਖ ਹੀ ਸਕਦੇ ਹਾਂ ਕਿ ਸਮਾਜ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਪਏ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ। ਇਸਤਰੀ ਦੇ ਨਾਲ ਹੀ ਰਿਸ਼ਤੇ ਬਣਦੇ ਨੇ, ਇਸਤਰੀ ਦੇ ਨਾਲ ਹੀ ਇੱਕ ਪਿੰਡ ਦੀ ਦੂਜੇ ਪਿੰਡ ਦੇ ਨਾਲ ਰਿਸ਼ਤੇਦਾਰੀ ਬਣਦੀ ਹੈ, ਜਾਣਨਾ ਸ਼ੁਰੂ ਜਾਣ ਪਹਿਚਾਣ ਬਣਦੀ ਹੈ। ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਗ ਦੀ ਉਤਪੱਤੀ ਦਾ ਰਸਤਾ ਚੱਲਦਾ ਕਿਹਦੇ ਤੋਂ? ਇਸਤਰੀ ਤੋਂ। ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਪਾਤਸ਼ਾਹ ਜੀ ਕਹਿੰਦੇ ਜੇ ਇੱਕ ਇਸਤਰੀ ਮਰ ਜਾਏ, ਵਿਆਹ ਕੇ ਲੈਂਦੀ ਹੈ, ਕੁਝ ਸਮਾਂ ਬੀਤਿਆ, ਇਸਤਰੀ ਚੜ੍ਹਾਈ ਕਰ ਗਈ, ਤਾਂ ਮੈਂ ਇਹੋ ਜਿਹੇ ਵੀ ਅਨੇਕਾਂ ਘਰ ਵੇਖੇ ਨੇ ਕਿ ਹਜੇ ਅਗਲੀ ਦਾ ਭੋਗ ਨਹੀਂ ਪਿਆ ਹੁੰਦਾ, ਅਗਲੀ ਦਾ ਅੰਗੀਠਾ ਨਹੀਂ ਸੰਭਾਲਿਆ ਹੁੰਦਾ, ਤੇ ਦੂਜੇ ਰਿਸ਼ਤੇ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਕਿਉਂਕਿ ਪੈਸਾ ਜਿਨ੍ਹਾਂ ਕੋਲ ਬਹੁਤ ਹੁੰਦਾ ਹੈ ਤਾਂ ਅਗਲੇ ਕਹਿੰਦੇ ਨੇ ਕਿ ਅਸੀਂ ਇਸ ਲੜਕੀ ਦਾ ਰਿਸ਼ਤਾ ਤੁਹਾਡੇ ਮੁੰਡੇ ਦੇ ਨਾਲ ਕਰਾ ਦਿੰਦੇ ਹਾਂ। ਅਗਲੀ ਦਾ ਜੇ ਭੋਗ ਨਹੀਂ ਪਿਆ, ਦੂਜੇ ਦੇ ਰਿਸ਼ਤੇ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭੰਡ ਮੂਆ ਭੰਡ ਭਾਲੀ ਹੈ। ਇੱਕ ਇਸਤਰੀ ਮਰ ਜਾਏ, ਦੂਜੀ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਭੰਡ ਹੋਵੇ ਬੰਧਾਨ। ਇੱਕ ਇਸਤਰੀ ਤੋਂ ਹੀ ਦੂਜੇ ਥਾਂ ਤੇ ਸਾਡੀ ਰਿਸ਼ਤੇਦਾਰੀ ਬਣਦੀ ਹੈ। ਇਸਤਰੀ ਨੂੰ ਵਿਆਹ ਕੇ ਘਰ ਦੇ ਵਿੱਚ ਲਿਆਂਦਾ, ਸਹੁਰੇ ਬਣ ਗਏ। ਜਿਹੜਾ ਹੈ ਆਪਣੇ ਘਰ ਦੇ ਵਿੱਚੋਂ ਧੀ ਤੋਰੀ ਹੈ ਤਾਂ ਉਹ ਉੱਥੇ ਸਾਡੇ ਕੁੜਮ ਬਣ ਗਏ। ਜੇਕਰ ਆਪਣੇ ਘਰ ਦੇ ਵਿੱਚ ਭੂਆ ਤੋਰੀਏ ਤਾਂ ਉੱਥੇ ਫੁੱਫੜ ਬਣਿਆ। ਰਿਸ਼ਤੇਦਾਰੀ ਇਸੇ ਤਰ੍ਹਾਂ ਹੀ ਬਣਦੀ ਹੈ ਨਾ। ਜੇਕਰ ਇਸਤਰੀ ਹੈ, ਜੇਕਰ ਇਸਤਰੀ ਨਾ ਹੋਵੇ ਤਾਂ ਦੇਖੋ ਹਾਲਾਤ ਕਿੱਦਾਂ ਦੇ ਰਿਸ਼ਤੇਦਾਰੀ ਕਿਵੇਂ ਬਣ ਗਈਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਭੰਡ ਮੂਆ ਭੰਡ ਭਾਲੀ ਹੈ, ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਉਸ ਇਸਤਰੀ ਨੂੰ ਮਾੜਾ ਕਿਉਂ ਕਹਿਣਾ ਜਿਸ ਇਸਤਰੀ ਦੇ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ ਜਨਮ ਲੈਂਦੇ ਹਨ। ਜਿਸ ਇਸਤਰੀ ਦੀ ਕੁੱਖ ਦੇ ਵਿੱਚੋਂ ਚੰਗੇ ਵਕੀਲ, ਚੰਗੇ ਜੱਜ, ਚੰਗੇ SSP, DC ਵਰਗੇ ਚੰਗੇ ਪੰਚ ਸਰਪੰਚ ਜਨਮ ਲੈਂਦੇ ਨੇ, ਚੰਗੇ ਪ੍ਰਿੰਸੀਪਲ ਜਨਮ ਲੈਂਦੇ ਨੇ। ਹੈਗੇ ਨੇ ਅਨੇਕਾਂ ਸੰਸਾਰ ਦੇ ਵਿੱਚ ਜਿਹੜੇ ਚੰਗੇ ਨੇ, ਜੇ ਰਿਸ਼ਤਾ ਨਹੀਂ ਲੈਂਦੇ, ਬੜੇ ਚੰਗੇ ਆਪਣੀ ਡਿਊਟੀ ਨਿਭਾਈ ਜਾ ਰਹੇ ਨੇ। ਉਸ ਇਸਤਰੀ ਨੂੰ ਮਾੜਾ ਕਿਉਂ ਕਹਿਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸਤਰੀ ਦੀ ਕੁੱਖ ਨੂੰ ਸਲਾਇਆ। ਆਮ ਤੁਸੀਂ ਵੇਖਿਆ ਹੋਣਾ ਹੈ। ਬਾਕੀ ਸਾਰਿਆਂ ਨੇ ਸਿੰਗਰਾਂ ਦੇ ਅਸੀਂ ਗੱਲ ਕਰ ਲਈਏ ਜਾਂ ਕੋਈ ਵੀ ਹੈ, ਸਿਰਫ ਇਸਤਰੀ ਦੇ ਤਨ, ਇਸਤਰੀ ਦੇ ਰੂਪ ਨੂੰ ਸਲਾਇਆ ਉਹਨਾਂ ਨੇ। ਇਸਤਰੀ ਦੀ ਕੁੱਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਲਾਇਆ ਕਿ ਜਿਸ ਇਸਤਰੀ ਦੇ ਕੁੱਖ ਦੇ ਵਿੱਚੋਂ ਰਾਜੇ ਮਹਾਰਾਜੇ SSP, DC, ਵਕੀਲ, ਚੰਗੇ ਜੱਜ, ਪ੍ਰਿੰਸੀਪਲ, ਪੰਚ ਸਰਪੰਚ ਜਨਮ ਲੈਂਦੇ ਨੇ, ਉਸ ਇਸਤਰੀ ਦੀ ਕੁੱਖ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਉਸ ਇਸਤਰੀ ਨੂੰ ਮਾੜਾ ਕਿਉਂ ਆਖਣਾ। ਇੱਥੇ ਤਾਂ ਭਾਰਤ ਦੀ ਧਰਤੀ ਦੇ ਉੱਤੇ ਇੰਨੇ ਤਰਸਯੋਗ ਹਾਲਾਤ ਇਸਤਰੀ ਦੇ ਬਣ ਗਏ ਸੀ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ